ਸਰੀਰ ਵਿੱਚ ਸਵਾਰਥ ਹੈ। ਮੈਂ ਨਿਹਚੇ ਨਾਲ ਕਹਿਣਾ ਚਾਹੁੰਦਾ, ਭਾਵੇਂ 20-30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ, ਜਿਉਂਦੇ ਨੂੰ ਫੜ ਕੇ ਲਿਆ ਸਕਣਗੇ। ਗੁਰੂ ਸਾਹਿਬ ਦੀ ਕਿਰਪਾ ਹੈ। ਕਹਿੰਦੇ ਨੇ ਕਿ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਹੈ, ਪਰ 1947 ਤੋਂ ਲੈ ਕੇ ਹੁਣ ਤੱਕ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਨੇ ਜੋ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਸਮਝੌਤਾ ਜ਼ਰੂਰ ਹੋਇਆ। ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਵੱਲੋਂ ਵਸਾਈ ਗਈ ਇਤਿਹਾਸਿਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਇੱਕ ਸਰਹੱਦੀ ਇਲਾਕਾ ਅਤੇ ਇੱਥੇ ਹੀ ਹੈ ਸਿੱਖਾਂ ਦਾ ਸਰਵੋੱਚ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ, ਜਿੱਥੇ ਅਟੁੱਟ ਲੰਗਰ ਤੇ ਕੀਰਤਨ ਦੀ ਵਰਖਾ ਕਦੇ ਨਹੀਂ ਰੁਕੀ। ਪਰ 3 ਜੂਨ 1984 ਐਤਵਾਰ ਦਾ ਦਿਨ, ਸਕੂਨ ਦਾ ਦਿਨ, ਪਰ ਸ਼ਾਇਦ ਪੰਜਾਬ ਦੇ ਵਿੱਚੋਂ ਆਰਾਮ ਗਾਇਬ ਸੀ। ਉਹ ਸੂਬਾ ਜਿਹਦੇ 2 ਵਾਰ ਟੁਕੜੇ ਹੋਏ, 1947, 1966 ਦੇ ਵਿੱਚ। ਹਰ ਵਾਰ ਇਹਨਾਂ ਸੱਟਾਂ ਤੋਂ, ਇਹਨਾਂ ਫੱਟਾਂ ਤੋਂ ਉਭਰਦਾ ਰਿਹਾ। ਪਰ 1984 ਦੇ ਵਿੱਚ ਜੋ ਕੁਝ ਹੋਇਆ, ਇੰਜ ਲੱਗਿਆ ਕਿ ਸ਼ਾਇਦ ਸਾਡੇ ਨਾਲ ਵਖਰੇਵਾਂ ਕੀਤਾ ਗਿਆ। ਸਾਡੀ ਵੱਖਰੀ ਦਿੱਖ ਕਰਕੇ ਸਾਨੂੰ ਨਿਸ਼ਾਨਾ ਬਣਾਇਆ ਜਾਵੇਗਾ ਕਿ ਸਾਨੂੰ ਸਾਰੇ ਹੱਕ ਮਿਲ ਰਹੇ ਨੇ ਜੋ ਕਿਸੇ ਦੇਸ਼ ਦੇ ਨਾਗਰਿਕ ਨੂੰ ਮਿਲਣੇ ਚਾਹੀਦੇ। ਭਾਰਤ ਦੀ ਸਰਕਾਰ ਨੇ ਜੂਨ 1984 'ਚ ਜੋ ਕਦਮ ਚੱਕੇ, ਉਹਨੂੰ ਤੇ ਲੱਗ ਰਿਹਾ ਸੀ ਕਿ ਪਿਛਲੇ 50 ਸਾਲਾਂ ਤੋਂ ਪੰਜਾਬ 'ਚ ਜੋ ਇੱਕ ਦੇਸ਼ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ, ਠੱਲ ਪਾਈ ਜਾਏਗੀ। ਪਰ ਅਜਿਹਾ ਨਹੀਂ ਹੋ ਸਕਿਆ। ਸ਼ਾਇਦ ਇੰਦਰਾ ਸਰਕਾਰ ਨੂੰ ਅੰਦਾਜ਼ਾ ਨਹੀਂ ਸੀ ਕਿ ਜੋ ਚੰਗਿਆੜੀ 3 ਜੂਨ ਦੀ ਰਾਤ ਨੂੰ ਅੱਗ 'ਚ ਬਦਲੇਗੀ, ਉਹ ਆਉਣ ਵਾਲੇ ਸਮਿਆਂ ਦੇ ਵਿੱਚ ਪੂਰੇ ਦੇਸ਼ ਨੂੰ ਸਾੜ ਕੇ ਰੱਖ ਦੇਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਇੰਦਰਾ ਗਾਂਧੀ, ਲੌਂਗੋਵਾਲ, ਟੌਰਾ ਸਾਹਿਬ, ਬਾਦਲ, ਜ਼ੈਲ ਸਿੰਘ, ਦਰਬਾਰਾ ਸਿੰਘ, ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਇਨ੍ਹਾਂ ਲੋਕਾਂ ਦੇ ਆਲੇ ਦੁਆਲੇ ਹੀ ਪੰਜਾਬ ਦਾ ਭਵਿੱਖ ਘੁੰਮ ਰਿਹਾ ਸੀ। 3 ਸਾਲ ਬੀਤ ਚੁੱਕੇ ਸਨ। ਗੋਲਡਨ ਟੈਂਪਲ ਦੇ ਵਿਚਕਾਰ ਹੋ ਰਹੇ ਕੀਰਤਨ ਦੇ ਵਿਚਕਾਰ ਗੋਲੀਆਂ ਦੀ ਆਵਾਜ਼ ਆਉਣ ਲੱਗਦੀਆਂ ਸੀ। ਬੜਾ ਦੁਖਦਾਈ ਸੀ, ਹਿਰਦੇ ਵਲੂੰਦਰੇ ਜਾਂਦੇ ਸਨ। ਹਰ ਸਿੱਖ ਦੇ ਲਈ, ਹਰ ਪੰਜਾਬੀ ਦੇ ਲਈ ਇਹ ਦੁੱਖ ਤੇ ਘਬਰਾਹਟ ਹੈਰਾਨੀ 'ਚ ਉਸ ਵੇਲੇ ਬਦਲ ਗਈ ਜਦੋਂ ਅਪ੍ਰੈਲ 1984 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਗੋਲਡਨ ਟੈਂਪਲ ਦੇ ਨਾਲ ਲੱਗੀ ਗੁਰੂ ਨਾਨਕ ਨਿਵਾਸ ਤੋਂ ਆਪਣਾ ਬੋਰੀਆ ਬਿਸਤਰ ਚੱਕਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਆ ਪਹੁੰਚੇ, ਜੋ ਕਿ ਗੋਲਡਨ ਟੈਂਪਲ ਦੇ ਬਿਲਕੁਲ ਸਾਹਮਣੇ ਹੈ। ਸਿੱਖ ਧਰਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਖਾਸ ਦਰਜਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲਿਆਂ ਤੋਂ ਹੀ ਸਿੱਖ ਧਰਮ ਦੇ ਸਾਰੇ ਫੈਸਲੇ ਇੱਥੇ ਹੀ ਲਏ ਜਾਂਦੇ ਨੇ। ਸੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉੱਥੇ ਜਾ ਕੇ ਲੁਕਣਾ ਆਪਣੇ ਆਪ ਦੇ ਵਿੱਚ ਅਨਹੋਣੀ ਦਾ ਸੁਨੇਹਾ ਸੀ। ਆਉਣ ਵਾਲੀ ਕਿਸੇ ਬਹੁਤ ਹੀ ਵੱਡੀ ਘਟਨਾ ਦਾ ਖਦਸ਼ਾ ਸੀ। ਅਮਰੀਕ ਸਿੰਘ ਤੇ ਜਨਰਲ ਸ਼ਾਹ ਬੇਗ ਸਿੰਘ ਹਮੇਸ਼ਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਰਹਿੰਦੇ। ਪਿਛਲੇ ਲੰਬੇ ਸਮੇਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਫੌਜ ਦੇ ਵਿਚਕਾਰ ਗੋਲੀਬਾਰੀ ਹੋ ਰਹੀ ਸੀ। ਹੈਰਾਨੀ ਦੀ ਤਾਂ ਗੱਲ ਹੀ ਨਹੀਂ ਸੀ, ਪਿਛਲੇ ਕਈ ਦਿਨਾਂ ਤੋਂ ਇਹ ਸਭ ਹੋ ਰਿਹਾ ਸੀ। ਪਰ ਹੁਣ ਕੇਂਦਰ ਸਰਕਾਰ ਆਪਣਾ ਮਨ ਬਣਾ ਚੁੱਕੀ ਸੀ। ਉਹ ਰੋਜ਼ ਦੀ ਇਸ ਗੋਲੀਬਾਰੀ ਅਤੇ ਇਹੋ ਜਿਹੀ ਮੁੱਠਭੇੜ ਦੇ ਉੱਪਰ ਪੂਰੀ ਤਰ੍ਹਾਂ ਲਗਾਮ ਲਾਉਣਾ ਚਾਹੁੰਦੀ ਸੀ। 30 ਮਈ 1984 ਦੀ ਰਾਤ ਨੂੰ ਫੌਜ ਦਾ ਕਾਫਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਪਹੁੰਚਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਵੱਡੀ ਮਾਤਰਾ 'ਚ ਅਸਲਾ ਬਰੂਦ ਲਿਆ ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਡੇਰਾ ਲਾ ਲਿਆ। ਇਹਦੇ ਨਾਲ ਲੱਗੀਆਂ ਇਮਾਰਤਾਂ ਤੇ CRPF ਤੇ BSF ਦੇ ਜਵਾਨ ਉਹਨਾਂ ਤੇ ਨਜ਼ਰ ਬਣਾ ਕੇ ਰੱਖੇ ਸਨ। 1 ਜੂਨ ਦੀ ਰਾਤ ਨੂੰ 9 ਵਜੇ ਅੰਮ੍ਰਿਤਸਰ 'ਚ ਕਰਫਿਊ ਲਗਾ ਦਿੱਤਾ ਗਿਆ ਤੇ ਅਗਲੇ 24 ਘੰਟਿਆਂ ਦੇ ਵਿਚਕਾਰ ਕਰੀਬ 70,000 ਫੌਜੀਆਂ ਨੇ ਪੂਰੇ ਪੰਜਾਬ 'ਚ ਆਪਣੇ ਪੈਰ ਪਸਾਰ ਲਏ। ਫਿਰ ਆਈ 2 ਜੂਨ ਦੀ ਉਹ ਸ਼ਾਮ, ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੂਰਦਰਸ਼ਨ ਤੇ ਦੇਸ਼ ਦੇ ਨਾਮ ਸੁਨੇਹਾ ਲੈ ਕੇ ਪਹੁੰਚੇ। ਉਹਨਾਂ ਕਿਹਾ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਫੈਲ ਰਹੇ ਅੱਤਵਾਦ ਤੇ ਹਿੰਸਾ ਦਾ ਅੰਤ ਕਰ ਦੇਵੇਗੀ। ਉਹਨਾਂ ਅਕਾਲੀ ਲੀਡਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਅੰਦੋਲਨ ਨਾ ਕੀਤਾ ਜਾਵੇ। ਨਾਲ ਹੀ ਪੰਜਾਬ ਦੇ ਵਿੱਚ ਵਿਦੇਸ਼ੀਆਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ। ਪੰਜਾਬ ਦੇ ਗਵਰਨਰ ਭੈਰਵ ਦੱਤ ਪਾਂਡੇ ਨੇ ਕੇਂਦਰ ਤੋਂ ਫੌਜ ਨੂੰ ਭੇਜਣ ਦੀ ਆਫੀਸ਼ੀਅਲ ਰਿਕੁਐਸਟ ਭੇਜੀ। ਮੀਡੀਆ ਬੈਨ ਕਰ ਦਿੱਤਾ ਗਿਆ। ਰੇਲ ਤੇ ਹਵਾਈ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ। ਕਸ਼ਮੀਰ ਤੋਂ ਲੈ ਕੇ ਰਾਜਸਥਾਨ ਦੇ ਨਾਲ ਲੱਗਿਆ ਇੰਟਰਨੈਸ਼ਨਲ ਬਾਰਡਰ ਸੀਲ ਕਰ ਦਿੱਤਾ ਗਿਆ ਸੀ। ਹੁਣ ਹਵਾ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਤੇ ਡਰ ਸੀ। ਲੱਗ ਰਿਹਾ ਸੀ ਕਿ ਕੁਝ ਭਿਆਨਕ ਹੋਣ ਵਾਲਾ ਹੈ। ਗੋਲਡਨ ਟੈਂਪਲ ਦੇ ਬਾਹਰ ਬਿਹਾਰ ਰੈਜੀਮੈਂਟ ਦੀ 12ਵੀਂ ਬਟਾਲੀਅਨ ਤਿਆਰ ਖੜੀ। ਆਰਮੀ ਟੁਕੜੀਆਂ ਦੇ ਨਾਲ ਆਫੀਸਰ ਪੈਟਰੋਲਿੰਗ ਕਰ ਰਹੇ ਸੀ। ਇੰਜ ਲੱਗ ਰਿਹਾ ਸੀ
ਕਿ ਅਸੀਂ ਆਪਣੇ ਧਾਰਮਿਕ ਸਥਾਨ ਤੇ ਆਪਣੇ ਗੁਰੂ ਘਰ ਤੇ ਮੱਥਾ ਟੇਕਣ ਨਹੀਂ ਜਾ ਰਹੇ, ਸ਼ਾਇਦ ਕਿਸੇ ਜੰਗ ਦੇ ਮੈਦਾਨ 'ਚ ਜਾ ਰਹੇ ਹਾਂ। ਆਟੋਮੈਟਿਕ ਰਾਈਫਲ ਤੇ ਲਾਈਟ ਮਸ਼ੀਨ ਗਨ ਲਏ ਫੌਜੀ ਛੱਤਾਂ ਤੇ ਤੈਨਾਤ CRPF ਦੇ ਜਵਾਨਾਂ ਦੇ ਨਾਲ ਰਲ ਗਏ। ਉਸ ਤੋਂ ਬਾਅਦ ਫੌਜ ਨੇ ਖਾਲੀ ਘਰਾਂ ਤੇ ਕਬਜ਼ਾ ਕਰ ਲਿਆ, ਉੱਥੋਂ ਨਿਗਰਾਨੀ ਸ਼ੁਰੂ ਕਰ ਦਿੱਤੀ। ਹੁਣ ਉਹ ਕਿਸੇ ਵੀ ਵੇਲੇ ਗ੍ਰੇਨੇਡ ਹਮਲੇ ਤੇ ਫਾਇਰਿੰਗ ਕਰ ਸਕਦੇ ਸਨ। ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰ ਰਹੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਕਹਿੰਦੇ ਨੇ ਕਿ ਠੀਕ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਰਾੜ ਨੇ ਫੌਜੀਆਂ ਨੂੰ ਕਿਹਾ ਜੋ ਵੀ ਇਸ ਆਪਰੇਸ਼ਨ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਉਹ ਹੁਣ ਵੀ ਮਨਾ ਕਰ ਸਕਦਾ ਹੈ, ਪਰ ਕਿਸੇ ਨੇ ਅਜਿਹਾ ਨਹੀਂ ਕੀਤਾ। ਕਿੰਨੀ ਸੋਚਣ ਵਾਲੀ ਗੱਲ ਹੈ ਨਾ ਕਿ ਆਪਣੇ ਹੀ ਗੁਰੂ ਘਰ ਦੇ ਉੱਪਰ ਜਿਸ ਸ਼ਖਸ ਨੂੰ ਹਮਲਾ ਕਰਨ ਦੇ ਲਈ ਕਮਾਨ ਸੌਂਪੀ ਗਈ ਉਹ ਖੁਦ ਇੱਕ ਸਿੱਖ ਸੀ। 3 ਜੂਨ 1984 ਗੁਰਪੁਰਬ ਦਾ ਦਿਨ ਹੀ ਚੁਣਿਆ ਗਿਆ। ਸ਼ਰਧਾਲੂ ਗੋਲਡਨ ਟੈਂਪਲ 'ਚ ਮੱਥਾ ਟੇਕਣ ਆ ਰਹੇ ਸਨ, ਪਾਠ ਕਰਨ ਆ ਰਹੇ ਸਨ, ਗੁਰੂ ਦੇ ਸਾਹਮਣੇ ਨਤਮਸਤਕ ਹੋ ਰਹੇ ਸਨ। ਮਨ ਦੇ ਵਿੱਚ ਡਰ ਸੀ, ਤੌਖਲਾ ਸੀ, ਪਰ ਸ਼ਰਧਾ ਤੋਂ ਜ਼ਿਆਦਾ ਨਹੀਂ। ਇਧਰ ਸੈਨਾ ਤਿਆਰ ਬਰ ਤਿਆਰ ਕਿ ਜੋ ਵੀ ਹੋਵੇ ਖਤਮ ਕਰ ਦੇਣਾ ਸਭ ਕੁਝ। ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਠਾਣੀ ਸੀ ਕਿ ਜੋ ਵੀ ਹੋਵੇ ਆਪਣੇ ਗੁਰੂ ਘਰ ਤੇ ਆਂਚ ਨਹੀਂ ਆਉਣ ਦੇਵਾਂਗਾ। ਇਧਰ ਸੈਨਾ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀ ਸਰੈਂਡਰ ਕਰ ਦੇਣਗੇ। ਆਪਣੇ ਗੁਰੂ ਘਰ ਤੇ ਕਿਸੇ ਨੂੰ ਵੀ ਅੱਖ ਚੱਕ ਕੇ ਦੇਖਣ ਨਹੀਂ ਦੇਵਾਂਗਾ। ਇਧਰ ਸੈਨਾ ਬਾਰ-ਬਾਰ ਅਨਾਉਂਸਮੈਂਟ ਕਰ ਰਹੀ ਸੀ ਕਿ ਜੋ ਵੀ ਹੋਵੇ ਸਰੈਂਡਰ ਕਰ ਦਿੱਤਾ ਜਾਵੇ, ਪਰ ਸਾਹਮਣੇ ਕੋਈ ਜਵਾਬ ਨਹੀਂ ਆਇਆ। 4 ਜੂਨ ਦੀ ਸਵੇਰ ਕਰੀਬ 4-5 ਵਜੇ ਗੋਲੀਆਂ ਦੀ ਆਵਾਜ਼ ਨੇ ਸ਼ਾਂਤੀ ਭੰਗ ਕਰ ਦਿੱਤੀ। ਗ੍ਰੇਨੇਡ ਹਮਲੇ ਹੋਣ ਲੱਗੇ। MMG ਯਾਨੀ ਮੀਡੀਅਮ ਮਸ਼ੀਨ ਗਨ ਨਾਲ ਟਾਵਰ ਤੇ ਵਾਟਰ ਟੈਂਕ ਤੇ ਗੋਲੀਆਂ ਚਲਾਈਆਂ ਗਈਆਂ। ਫੌਜ ਵੱਲੋਂ ਹਾਲੇ ਜ਼ਿਆਦਾ ਗੋਲੀਬਾਰੀ ਨਹੀਂ ਕੀਤੀ ਜਾ ਰਹੀ ਸੀ। ਉਹ ਦੇਖਣਾ ਚਾਹੁੰਦੇ ਸਨ ਕਿ ਦੁਸ਼ਮਣਾਂ ਕੋਲ ਕਿਹੜੇ ਹਥਿਆਰ ਨੇ। ਫੌਜ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਾਕਤ ਨੂੰ ਘੱਟ ਸਮਝਿਆ ਸੀ। ਅੰਦਾਜ਼ਾ ਹੀ ਨਹੀਂ ਸੀ ਉਹਨਾਂ ਨੂੰ ਕਿ ਆਖਰ ਸਾਹਮਣੇ ਕੀ ਹੋਵੇਗਾ, ਕਿਹਦੇ ਨਾਲ ਪੰਗਾ ਲੈ ਲਿਆ। ਖੈਰ ਫੌਜ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਿੱਕਤਾਂ ਦੇ ਨਾਲ ਵੀ ਟੈਂਪਲ ਤੇ ਖੁੱਲ੍ਹ ਕੇ ਵਾਰ ਕਰਨ ਦੀ ਇਜਾਜ਼ਤ ਸੀ ਔਰ ਫੌਜ ਨੇ ਉਹ ਕੀਤਾ। ਸੂਰਜ ਡੁੱਬਣ ਤੋਂ ਪਹਿਲਾਂ ਟੈਂਕਾਂ ਦੀ ਆਵਾਜ਼ ਸੁਣਨ ਲੱਗ ਗਈਆਂ। ਗੋਲਡਨ ਟੈਂਪਲ ਦੇ ਉੱਪਰ ਬਕਾਇਦਾ ਦਰਜਨਾਂ ਟੈਂਕਾਂ ਨੇ ਘੇਰਾ ਪਾ ਲਿਆ ਸੀ। ਹੁਣ ਸ਼੍ਰੀ ਹਰਮੰਦਰ ਸਾਹਿਬ ਨਹੀਂ ਸੀ, ਜੰਗ ਦਾ ਮੈਦਾਨ ਸੀ। ਕੁਝ ਪੁਲਿਸ ਆਫੀਸਰਸ ਨੂੰ ਵੀ ਬੁਲਾਇਆ ਗਿਆ ਜੋ ਕਿ ਗੋਲਡਨ ਟੈਂਪਲ ਦੇ ਚੱਪੇ ਤੋਂ ਵਾਕਿਫ ਸਨ ਤਾਂ ਕਿ ਟੈਂਕ ਆਪਣੀ ਪੋਜੀਸ਼ਨ ਲੈ ਸਕਣ। ਤੇ ਤਕਰੀਬਨ ਅੱਧੇ ਘੰਟੇ ਬਾਅਦ 10 ਬਲਾਸਟ ਹੋਏ। ਜਿਹਨੇ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਤੱਕ ਪੂਰੇ ਪੰਜਾਬ 'ਚ ਗੋਲਡਨ ਟੈਂਪਲ 'ਚ ਹੋ ਰਹੇ ਆਪਰੇਸ਼ਨ ਦੀ ਖਬਰ ਫੈਲ ਚੁੱਕੀ ਸੀ। ਇਹ ਖਬਰ ਹਜ਼ਮ ਕਰਨਾ ਹਰ ਸਿੱਖ ਦੇ ਲਈ ਨਾਮੁਮਕਿਨ ਸੀ। ਲੋਕ ਇਕੱਠੇ ਹੋਏ। ਇਹ ਭੀੜ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧਣ ਲੱਗੀ। ਇੱਕ ਵੱਡੀ ਚਿੰਤਾ ਦਾ ਕਾਰਨ ਸੀ। 25 ਕਿਲੋਮੀਟਰ ਦੀ ਦੂਰੀ ਤੇ ਗੁਲਵਾੜ ਪਿੰਡ ਦੇ ਵਿੱਚ 30,000 ਲੋਕ ਹਥਿਆਰਾਂ ਨਾਲ ਅੱਗੇ ਵਧ ਰਹੇ ਸਨ। ਫੌਜ ਦੀ ਚਿੰਤਾ ਜਾਇਜ਼ ਸੀ, ਪਰ ਲੋਕ ਕਿੱਥੇ ਹਟਦੇ ਨੇ। ਭੀੜ ਚਾਹੁੰਦੀ ਸੀ ਕਿ ਅਜਿਹਾ ਨਾ ਹੋਵੇ ਕਿ ਉਹਨਾਂ ਦੇ ਸਭ ਤੋਂ ਪਾਵਨ ਸਥਾਨ ਦੇ ਉੱਪਰ ਟੈਂਕ ਚੜੇ ਜਾਣ, ਉਹਨੂੰ ਨੇਸਤਨਾਬੂਦ ਕਰ ਦਿੱਤਾ ਜਾਵੇ। ਪਰ ਆਖਰ 5 ਜੂਨ ਦੀ ਸਵੇਰ ਕਿਸੇ ਵਾਰ ਫਿਲਮ ਵਰਗੀ ਸੀ। ਦੋਨੋਂ ਪਾਸਿਓਂ ਫਾਇਰਿੰਗ ਲਗਾਤਾਰ ਜਾਰੀ ਸੀ। ਅਸਮਾਨ ਦੇ ਵਿੱਚ ਧੂੰਆਂ ਹੀ ਧੂੰਆਂ ਸੀ। ਵਰਲਡ ਦੇ ਵਿੱਚ ਜਿਹੜੇ ਇਹਨਾਂ ਆਪਰੇਸ਼ਨਸ ਦੇ ਲਈ ਫੇਮਸ ਸਨ, ਉਹਨਾਂ ਨੂੰ ਇਸ ਆਪਰੇਸ਼ਨ ਨੂੰ ਅੰਜਾਮ ਪਹੁੰਚਾਉਣ ਦੇ ਲਈ ਬੁਲਾਇਆ ਗਿਆ ਸੀ। ਲੈਫਟੀਨੈਂਟ ਕਰਨਲ ਮੁਹੰਮਦ ਈਸਰ ਆਪਣੇ ਹੀ ਦੇਸ਼ ਤੇ ਆਪਣੇ ਹੀ ਇੱਕ ਸ਼ਹਿਰ ਦੇ ਉੱਪਰ ਆਪਣੇ ਹੀ ਗੁਰੂ ਘਰ ਦੇ ਉੱਪਰ ਅਜਿਹਾ ਹਮਲਾ, ਜਨਤਾ ਇਹ ਸਭ ਕਿਵੇਂ ਸਹਿੰਦੀ। ਉਧਰ ਆਰਮੀ ਦੇ 2 ਹੈਲੀਕਾਪਟਰ ਅਸਮਾਨ 'ਚ ਗੇੜੇ ਲਾ ਰਹੇ ਸਨ। ਉਹਨਾਂ ਦਾ ਕੰਮ ਰੇਕੀ ਕਰਨਾ ਸੀ ਤਾਂ ਕਿ ਪਤਾ ਲਗਾ ਸਕਣ ਕਿ ਆਖਰ ਕਿਸ ਹਿੱਸੇ ਤੋਂ ਫਾਇਰਿੰਗ ਹੋ ਰਹੀ ਹੈ। ਦੂਰ ਜਾਂਦੀ ਫਾਇਰਿੰਗ ਸ਼ੁਰੂ ਹੋ ਜਾਂਦੀ। ਸੈਨਾ ਨੂੰ ਲੱਗਿਆ ਕਿ ਆਪਰੇਸ਼ਨ ਖਤਮ ਕਰਨ 'ਚ ਜ਼ਿਆਦਾ ਟਾਈਮ ਲੱਗਾ ਤੇ ਮੁਸ਼ਕਲਾਂ ਵੱਧ ਜਾਣੀਆਂ। ਉਹਨਾਂ ਫੈਸਲਾ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਲੁਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉੱਥੇ ਜਾ ਕੇ ਮਾਰਿਆ ਜਾਵੇਗਾ। ਇਹ ਵੱਡਾ ਫੈਸਲਾ ਸੀ ਕਿਉਂਕਿ ਹਮਲੇ ਦੇ ਵਿੱਚ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੁਕਸਾਨ ਪਹੁੰਚਣਾ ਲਾਜ਼ਮੀ ਸੀ। ਸਿੱਖਾਂ ਦੇ ਦਿਲਾਂ 'ਚ ਲੱਗਦੀ ਅੱਗ ਹੋਰ ਵੱਧ ਜਾਂਦੀ, ਪਰ ਫੌਜ ਨੂੰ ਕਾਹਦੀ ਪਰਵਾਹ। ਸ਼੍ਰੀ ਅਕਾਲ ਤਖਤ ਸਾਹਿਬ ਵਧਣ ਲੱਗੀ।
ਸ਼੍ਰੀ ਹਰਿਮੰਦਰ ਸਾਹਿਬ ਦੇ ਉਸ ਸਫੇਦ ਮਾਰਬਲ ਨੂੰ ਯਾਦ ਕਰੋ, ਉਸ ਚਿੱਟੇ ਮਾਰਬਲ ਨੂੰ ਜਿਹਦਾ ਰੰਗ ਉਸ ਵੇਲੇ ਬਦਲਣ ਲੱਗ ਗਿਆ ਸੀ। ਫਾਇਰਿੰਗ 'ਚ ਸ਼ਹੀਦਾਂ ਦਾ ਖੂਨ ਉਸ ਪਵਿੱਤਰ ਸਰੋਵਰ ਦੇ ਵਿੱਚ ਮਿਲ ਰਿਹਾ ਸੀ। ਆਖਿਰਕਾਰ 6 ਜੂਨ ਦਾ ਦਿਨ ਆਇਆ, ਫੈਸਲੇ ਦਾ ਦਿਨ। ਸਵੇਰੇ 8 ਵਜੇ ਫਾਇਰਿੰਗ ਥੋੜੀ ਘੱਟ ਸੀ, ਪਰ ਕੁਝ ਦੇਰ ਬਾਅਦ ਟੈਂਕ ਹਮਲਿਆਂ ਨੇ ਇਸ ਪਵਿੱਤਰ ਸਥਾਨ ਨੂੰ ਹਿਲਾ ਕੇ ਰੱਖ ਦਿੱਤਾ। ਜੋ ਵੀ ਅੰਦਰੋਂ ਫਾਇਰਿੰਗ ਹੋ ਰਹੀ ਸੀ ਸਾਰੀ ਸ਼ਾਂਤ ਕਰਵਾ ਦਿੱਤੀ ਗਈ। ਸ਼ਾਂਤੀ ਕੁਝ ਦੇਰ ਤੱਕ ਬਣੀ ਰਹੀ। 10 ਵਜੇ ਫਾਇਰਿੰਗ ਦੋਨੋਂ ਪਾਸਿਓਂ ਮੱਧ ਗਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਖਰੀ ਸਾਹ ਤੱਕ ਲੜਨਾ ਚਾਹੁੰਦੇ ਸਨ, ਆਪਣੇ ਇਸ ਪਵਿੱਤਰ ਸਥਾਨ ਦੀ ਰੱਖਿਆ ਕਰਨਾ ਚਾਹੁੰਦੇ ਸਨ। ਤੇ ਲੋਕ ਇਹ ਸਭ ਆਪਣੀ ਅੱਖੀਂ ਦੇਖ ਰਹੇ ਸਨ। ਕੋਈ ਸੜਕ ਤੇ ਹੱਥ ਜੋੜ ਕੇ ਖੜਾ ਸੀ, ਕੋਈ ਦਬੀ ਜ਼ੁਬਾਨ ਦੇ ਨਾਲ ਅਰਦਾਸ ਕਰ ਰਿਹਾ ਸੀ, ਤੇ ਸੈਨਾ ਸ਼ੱਕੀ ਲੋਕਾਂ ਨੂੰ ਕੁੱਟਦਿਆਂ ਹੋਇਆਂ ਲਿਜਾ ਰਹੀ ਸੀ। ਅਗਵਾਈ ਕੌਣ ਕਰ ਰਿਹਾ ਸੀ? ਸਿੱਖ ਆਫੀਸਰ ਦੇ ਚਿਹਰੇ ਤੇ ਗੁੱਸਾ ਸੀ, ਤੇ ਦੇਖ ਰਹੇ ਲੋਕਾਂ ਦੇ ਮਨ ਦੇ ਵਿੱਚ ਉਸ ਅਫਸਰ ਦੇ ਲਈ ਦਇਆ ਦਾ ਭਾਵ। ਕਰਫਿਊ ਸ਼ੁਰੂ ਹੋਇਆ ਤੇ ਸੈਨਾ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵਧੀ, ਇਸ ਨੀਅਤ ਦੇ ਨਾਲ ਕਿ ਹੁਣ ਫਤਿਹ ਕਰਕੇ ਹੀ ਆਵਾਂਗੇ, ਭਾਵੇਂ ਸਭ ਕੁਝ ਖਤਮ ਕਿਉਂ ਨਾ ਕਰਨਾ ਪਵੇ। ਅੰਮ੍ਰਿਤਸਰ ਨੂੰ ਹਾਲੇ ਇੱਕ ਹੋਰ ਰਾਤ ਦੇ ਲਈ ਜਾਗਣਾ ਬਾਕੀ ਸੀ। ਸ਼ਾਮ ਦੇ 7 ਵਜੇ ਸਨ। ਅੱਜ ਫਾਇਰਿੰਗ ਬਾਕੀ ਦਿਨਾਂ ਨਾਲੋਂ ਜ਼ਿਆਦਾ ਸੀ, ਤੇ ਉਧਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸਾਥੀਆਂ ਸਮੇਤ ਆਖਰੀ ਸਾਹਾਂ ਤੱਕ ਲੜਨ ਦਾ ਮਨ ਬਣਾ ਚੁੱਕੇ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਬਚਾਅ 'ਚ ਲੱਗੇ ਜ਼ਿਆਦਾਤਰ ਨੌਜਵਾਨ ਸ਼ਹੀਦ ਹੋ ਚੁੱਕੇ ਸਨ। ਸੰਤ ਜੀ ਤੇ ਉਹਨਾਂ ਦੇ ਸਾਥੀ ਅਕਾਲ ਤਖਤ ਸਾਹਿਬ ਦੀ ਬੇਸਮੈਂਟ 'ਚ ਲੁਕੇ ਹੋਏ ਸਨ। ਸੈਨਾ ਨੇ ਗ੍ਰੇਨੇਡ ਦਾ ਇਸਤੇਮਾਲ ਕੀਤਾ ਤਾਂ ਕਿ ਉਹਨਾਂ ਤੱਕ ਪਹੁੰਚਿਆ ਜਾ ਸਕੇ। ਇਸ ਵਿਚਕਾਰ ਇਹ ਲੜਾਈ ਇਸੇ ਤਰ੍ਹਾਂ ਹੀ ਚੱਲਦੀ ਰਹੀ। ਸੈਨਾ ਸੋਚ ਰਹੀ ਸੀ ਕਿ ਆਖਰ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ ਹੋਰ ਹਮਲੇ ਕਿਵੇਂ ਕੀਤੇ ਜਾਣ। ਉਹ ਪਵਿੱਤਰ ਨਗਰੀ ਜਿੱਥੇ ਸਵੇਰੇ ਕੀਰਤਨ ਕੰਨਾਂ 'ਚ ਰਸ ਘੋਲਦਾ ਹੈ। 7 ਜੂਨ ਦੀ ਸਵੇਰ 6 ਵਜੇ ਕੰਪਲੈਕਸ ਤੋਂ ਕਾਲਾ ਧੂੰਆਂ ਉੱਠ ਰਿਹਾ ਸੀ। ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਸ਼ਾਇਦ ਲਾਸ਼ਾਂ ਸਾੜਨ ਦਾ ਕੰਮ ਕੀਤਾ ਜਾ ਰਿਹਾ ਹੈ। ਕਰੀਬ 3 ਘੰਟੇ ਅਜਿਹਾ ਹੀ ਚੱਲਦਾ ਰਿਹਾ। ਆਕਾਸ਼ਵਾਣੀ ਨੇ ਅਨਾਉਂਸ ਕੀਤਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਡੈੱਡ ਬੋਡੀ ਮਿਲ ਗਈ ਹੈ ਤੇ ਕਰੀਬ 3 ਤੋਂ 5 ਵਜੇ ਤੱਕ ਕਰਫਿਊ ਹਟਾ ਦਿੱਤਾ ਜਾਏਗਾ। ਲੋਕ ਚੌਰਾਹਿਆਂ ਤੇ ਖੜੇ ਇੰਤਜ਼ਾਰ ਕਰ ਰਹੇ ਸਨ। ਉਹ ਆਪਣੀ ਉਸ ਧਾਰਮਿਕ ਸਥਾਨ ਨੂੰ ਦੇਖਣ ਲਈ ਬੇਚੈਨ ਸਨ, ਪਰ ਕੁਝ ਹੀ ਦੇਰ ਬਾਅਦ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਸ਼ੂਟ ਐਟ ਸਾਈਟ ਦਾ ਆਰਡਰ ਦਿੱਤਾ ਗਿਆ। ਸੜਕ ਇੱਕ ਵਾਰੀ ਫਿਰ ਤੋਂ ਲਾਵਾਰਿਸ ਹੋ ਗਈ। ਸਰਕਾਰੀ ਆંકੜੇ ਕਹਿੰਦੇ ਨੇ ਕਿ 300 ਤੋਂ 400 ਲੋਕਾਂ ਦੀ ਇਸ ਆਪਰੇਸ਼ਨ 'ਚ ਮੌਤ ਹੋਈ ਤੇ 90 ਕੁ ਸੈਨਿਕ ਸ਼ਹੀਦ ਹੋਏ। ਪਰ ਚਸ਼ਮਦੀਦ ਗਵਾਹਾਂ ਦੀ ਗੱਲ ਮੰਨੀਏ ਤਾਂ 1000 ਦੇ ਕਰੀਬ ਲੋਕ ਇਸ ਆਪਰੇਸ਼ਨ 'ਚ ਮਾਰੇ ਗਏ ਤੇ ਸੈਨਾ ਦੇ 250 ਜਵਾਨ ਸ਼ਹੀਦ ਹੋਏ ਸਨ। ਇੱਕ ਸਵਾਲ ਜੋ ਅੱਜ ਤੱਕ ਸਾਡੇ ਜ਼ਿਹਨ ਦੇ ਵਿੱਚ ਹੈ, ਕਿਉਂਕਿ ਸਾਕਾ ਨਾ ਭੁੱਲਣਯੋਗ ਹੈ ਨਾ ਬਖਸ਼ਣਯੋਗ ਹੈ। ਆਖਰ ਕਿਉਂ ਭਾਰਤ ਦੀ ਸੈਨਾ ਨੂੰ ਪਹਿਲੀ ਵਾਰ ਆਪਣੇ ਹੀ ਦੇਸ਼ ਦੇ ਵਿੱਚ ਇੱਕ ਅਜਿਹਾ ਆਪਰੇਸ਼ਨ ਚਲਾਉਣਾ ਪਿਆ ਜਿਹਦਾ ਦਰਦ ਅੱਜ ਵੀ ਕਈ ਦਿਲਾਂ 'ਚ ਹੈ? ਕਿ ਉਸ ਵੇਲੇ ਦੀ ਸਰਕਾਰ ਦੇ ਕੋਲ, ਇੰਦਰਾ ਗਾਂਧੀ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ, ਜਾਂ ਫਿਰ ਸੋਚੀ ਸਮਝੀ ਸਾਜ਼ਿਸ਼ ਸੀ? ਬਹੁਤ ਸਾਰੇ ਸਵਾਲ ਨੇ ਜੋ ਹਰ ਪੰਜਾਬੀ, ਹਰ ਸਿੱਖ ਦੇ ਜ਼ਿਹਨ ਦੇ ਵਿੱਚ ਅੱਜ ਵੀ ਡਰ, ਤੌਖਲਾ, ਦਹਿਸ਼ਤ ਪੈਦਾ ਕਰਦੇ ਨੇ। ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਦੇ ਵਿੱਚ ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਪੂਟਾਂ ਦਾ ਖਰੂਦ, ਅਟੁੱਟ ਲੰਗਰ, ਸਿਮਰਨੀ ਕੀਰਤਨ ਕਦੇ ਰੁਕਿਆ ਵੀ ਸੀ? ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ? ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਕੁਝ ਧਮਾਕੇ ਜ਼ਿਹਨ 'ਚ ਹੁੰਦੇ ਨੇ, ਇਤਿਹਾਸ ਜ਼ਖਮੀ ਹੁੰਦਾ ਹੈ। ਇਹ ਸਭ ਸਿਰਫ ਮੈਨੂੰ ਜੂਨ 'ਚ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਹੈ, ਹਮੇਸ਼ਾ ਯਾਦ ਰਹਿੰਦਾ ਹੈ।